ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਤਾਂ ਦਰ ਸੁਣੀ ਪੁਕਾਰ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਔਰ ਉਹਨਾਂ ਦੀ ਉਹ ਜਿਹੜੀ ਕੰਪੋਜੀਸ਼ਨ ਹੈ ਉਹ ਮੇਰੇ ਦਿਲ ਦੇ ਬਹੁਤ ਕਰੀਬ ਆ। ਹਰ ਰੋਜ਼ ਮੇਰੀ ਸਵੇਰ ਦੀ ਜਿਹੜੀ ਚਾਹ ਆ ਉਹ ਤੁਸੀਂ ਕਹਿ ਲਓ ਕਿ ਅੰਮ੍ਰਿਤ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਸ਼ਬਦ ਦੇ ਨਾਲ ਹੀ ਹਮੇਸ਼ਾ ਹੁੰਦੀ ਹੈ, ਬੜਾ ਸਕੂਨ ਮਿਲਦਾ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਮੈਂ ਆਪਣਾ ਮਾਰਗ ਸੋਚ ਕੇ ਚੱਲਿਆ ਹੋਇਆ, ਮੈਂ ਜਿਸ ਤਰ੍ਹਾਂ ਦਾ ਆਪਣਾ ਰਾਹ ਬਣਾ ਕੇ ਚੱਲਿਆ ਹੋਇਆ, ਉਸੇ ਤਰ੍ਹਾਂ ਦੇ ਲੋਕ ਮੈਨੂੰ ਪਸੰਦ ਵੀ ਕਰਦੇ ਪਏ ਨੇ, ਮੈਨੂੰ ਸੁਣਦੇ ਵੀ ਪਏ ਨੇ, ਮੈਨੂੰ ਰਿਸਪੌਂਸ ਵੀ ਦੇ ਰਹੇ ਨੇ ਔਰ ਮੇਰੀ ਬਾਂਹ ਵੀ ਫੜਦੇ ਪਏ ਨੇ, ਮੈਨੂੰ ਸਪੋਰਟ ਕਰ ਰਹੇ ਨੇ। ਇਹ ਵੀ ਕੋਸ਼ਿਸ਼ ਨਾਲ ਲੈ ਕੇ ਚੱਲਿਓ ਵੀ ਕਮ ਸੇ ਕਮ ਜੋ ਗਾਇਆ ਜਾਵੇ ਲੋਕ ਸਮਝਣ ਤੇ ਉਹ ਕਿਤੇ ਨਾ ਕਿਤੇ ਪ੍ਰਭਾਵ ਪਾਵੇ ਉਹ ਚੀਜ਼ਾਂ ਦਾ, ਜਾਂ ਫਿਰ ਜਤਾਵੇ ਲੋਕਾਂ ਨੂੰ ਕਿ ਅਸਲ ਜ਼ਿੰਦਗੀ 'ਚ ਹੈ ਕੀ। ਜਦੋਂ ਤੁਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਪੂਰੀ ਕਾਇਨਾਤ ਤੇ ਪੂਰੀ ਕੁਦਰਤ ਤੁਹਾਡੇ ਨਾਲ ਰਚ ਮਿਚ ਜਾਂਦੀ ਹੈ ਤੇ ਤੁਹਾਡੇ ਨਾਲ ਸਹਾਇਕ ਹੋ ਕੇ ਚੱਲ ਜਾਂਦੀ ਹੈ। ਵੀ ਜੇ ਤੁਸੀਂ ਇੱਕ ਕਦਮ ਚੱਲਦੇ ਹੋ ਤੇ ਅੱਗੋਂ ਤੁਹਾਡੀ ਬਾਂਹ ਫੜਦੀ ਹੈ ਤੇ 10 ਕਦਮਾਂ 'ਚ ਤੁਹਾਨੂੰ ਉਹ ਸਹਾਇਕ ਕਰਦੀ ਹੈ। ਤੇ ਹਰਵਿੰਦਰ ਸਿੰਘ ਜੀ ਵੱਲੋਂ ਲਿਖਿਆ ਗਿਆ ਪੰਜਾਬੀ ਮਾਂ ਬੋਲੀ ਦਾ ਇੱਕ ਦੁਖਾਂਤ ਸੀ ਕਿ ਉਹਦੇ ਪੁੱਤ, ਉਹਦੀਆਂ ਪੀੜ੍ਹੀਆਂ ਜਿਹੜੀਆਂ ਅੱਜ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਤੋਂ ਮੂੰਹ ਫੇਰ ਰਹੀਆਂ। ਜੇ ਤੁਸੀਂ ਐਸਾ ਕੋਈ ਕੰਮ ਨਹੀਂ ਕਰ ਸਕੇ ਕਿ ਤੁਸੀਂ ਜਿਹਦੇ 'ਚ ਮਿਸਾਲ ਨਾ ਬਣੋ, ਤੇ ਮੈਨੂੰ ਲੱਗਦਾ ਹੈ ਕਿ ਫਿਰ ਤਾਂ ਇਹ ਜ਼ਿੰਦਗੀ ਜੀਣੇ ਤੇ ਸਾਹ ਲੈਣੇ ਵੀ ਤੁਹਾਡੇ ਵਾਸਤੇ ਬੇਫਾਇਦਾ ਨੇ। ਤੇ ਜਦੋਂ ਮੈਨੂੰ ਸਭ ਤੋਂ ਪਹਿਲਾ ਬ੍ਰੇਕ ਮਿਲਿਆ, ਮੈਂ ਕਿਸੇ ਸ਼ੋਅ 'ਚ ਗਾ ਰਿਹਾ ਸੀ, ਉੱਥੇ ਮੀਆਂ ਬਖਤਾਵਰ ਸਾਹਿਬ ਬਹੁਤ ਵੱਡੇ ਪੰਜਾਬ ਦੇ ਸੂਫੀ ਸ਼ਾਇਰ ਨੇ ਔਰ PCS ਅਫਸਰ ਉਸ ਟਾਈਮ ਉਹ ਸੀਗੇ ਤੇ ਉੱਥੇ ਚੀਫ ਗੈਸਟ ਸੀਗੇ। ਤੇ ਜਿਹੜਾ ਸਭ ਤੋਂ ਪਹਿਲਾ ਬ੍ਰੇਕ ਮਿਲਿਆ ਉਹ ਮੈਨੂੰ ਮਿਲਿਆ ਹੀ ਸੂਫੀ ਦਾ, ਕਿਉਂਕਿ ਜਦੋਂ ਉਹਨਾਂ ਨੇ ਮੇਰੇ ਤੋਂ ਗਾਣਾ ਸੁਣਿਆ ਸਟੇਜ 'ਤੇ ਔਰ ਉਹ ਬੜੇ ਪ੍ਰਭਾਵਿਤ ਹੋਏ ਮੇਰੇ ਤੋਂ, ਔਰ ਉਹਨਾਂ ਨੇ ਕੰਡੀਸ਼ਨ ਰੱਖ ਕੇ ਮੇਰੀ ਐਲਬਮ ਕੀਤੀ ਸੀ ਵੀ ਜੇ ਤੂੰ ਇਸ ਤਰ੍ਹਾਂ ਦਾ ਗਾਣਾ ਗਾਉਣਾ ਚਾਹੁੰਦਾ ਹੈ ਤੇ ਮੇਰੇ ਕੋਲ ਇਸੇ ਤਰ੍ਹਾਂ ਦੇ ਲਿਰਿਕਸ ਨੇ, ਤੈਨੂੰ ਇਸੇ ਤਰ੍ਹਾਂ ਦਾ ਗਾਉਣਾ ਪਏਗਾ। ਔਰ ਮੈਨੂੰ ਤਾਂ ਇਹੀ ਚੀਜ਼ ਚਾਹੀਦੀ ਸੀਗੀ ਕਿ ਚੰਗਾ ਵੀ ਹੋਵੇ, ਚੰਗੀ ਸ਼ਾਇਰੀ ਵੀ ਹੋਵੇ, ਚੰਗੀ ਗਾਇਕੀ ਵੀ ਮੈਂ ਉਹਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂ, ਔਰ ਮੈਨੂੰ ਕੁਦਰਤ ਨੇ ਉਹੀ ਕੁਛ ਦਿੱਤਾ। ਇੱਕ ਬਬੀਹਾ ਤੁਸੀਂ ਸੁਣਿਆ ਕੁਝ ਦਿਨ ਪਹਿਲਾਂ ਹਿੱਟ ਵੀ ਹੋਇਆ, ਪਰ ਉਸ ਬਬੀਹੇ ਤੋਂ ਬਾਅਦ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਚਰਚਾਵਾਂ ਬਬੀਹੇ ਨੂੰ ਲੈ ਕੇ ਸ਼ੁਰੂ ਹੋ ਗਈਆਂ। ਆਖਰਕਾਰ ਬਬੀਹੇ ਨੂੰ ਜਿੱਥੇ ਦੇਖਿਆ ਜਾਵੇ ਤਾਂ ਸਾਡੇ ਪੁਰਾਤਨ ਸਮੇਂ ਦੇ ਦੌਰਾਨ ਦੇਖਦੇ ਹਾਂ ਤਾਂ ਪਿੰਡਾਂ ਦੇ ਵਿੱਚ ਤਾਂ ਲੋਕ ਸਮਝਦੇ ਨੇ, ਪਰ ਸ਼ਹਿਰਾਂ ਦੇ ਵਿੱਚ ਸ਼ਾਇਦ ਉਨੀ ਸਮਝ ਨਹੀਂ ਪੈ ਪਾਉਂਦੀ। ਪਰ ਹੁਣ ਇੱਕ ਹੋਰ ਬਬੀਹਾ ਆ ਰਿਹਾ ਹੈ, ਯਾਕੂਬ ਨੇ ਸਾਡੇ ਨਾਲ, ਉਹਨਾਂ ਦੇ ਬਬੀਹੇ 'ਚ ਤੇ ਪੁਰਾਣੇ ਬਬੀਹੇ 'ਚ ਕੀ ਫਰਕ ਰਹਿ ਗਿਆ ਤੇ ਲੋਕ ਆਖਰਕਾਰ ਇਹਨਾਂ ਦਾ ਬਬੀਹਾ ਕਿਉਂ ਸੁਣਨਗੇ। ਯਾਕੂਬ, ਦੇਖਿਆ ਜਾਏ ਬਬੀਹਾ ਉਹ ਲੋਕਾਂ ਨੇ ਬਹੁਤ ਪਸੰਦ ਕਰਿਆ ਤੇ ਉਸ ਤੋਂ ਬਾਅਦ ਬਬੀਹੇ ਅੱਧੇ ਤਾਂ ਲੋਕ ਜਾਣਦੇ ਨਹੀਂ ਸੀ, ਸ਼ਹਿਰਾਂ ਵਾਲੇ ਤਾਂ, ਪਿੰਡਾਂ 'ਚ ਤਾਂ ਗੱਲਾਂ ਹੋ ਜਾਂਦੀਆਂ ਸੀ। ਤੁਹਾਨੇ ਬਬੀਹੇ 'ਚ ਕੀ ਚੀਜ਼ ਖਾਸ ਕਰਨ ਦੀ ਕੋਸ਼ਿਸ਼ ਕਰੀ ਹੈ? ਪੁਰਾਣਾ ਬਬੀਹਾ ਤਾਂ ਬਹੁਤ ਸਾਰੀਆਂ ਚੀਜ਼ਾਂ ਕਹਿ ਗਿਆ, ਲੋਕਾਂ ਨੇ ਉਹਤੇ ਤਕਰਾਰਾਂ ਵੀ ਕਰਤੀਆਂ। ਜੀ ਜੀ, ਮੈਂ ਕੁਝ ਨਵਾਂ ਨਹੀਂ ਕਰ ਰਿਹਾ ਜੀ, ਕਿਉਂਕਿ ਜਿਹੜਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਹੈ ਇਹ ਸਾਡੇ ਗੁਰੂਆਂ ਦਾ, ਸਾਡੀ ਗੁਰਬਾਣੀ ਦਾ ਆਸ਼ੀਰਵਾਦ ਹੈ ਸਾਡੇ ਸਿਰ ਦੇ ਉੱਤੇ, ਔਰ ਗੁਰੂ ਸਾਹਿਬ ਦੀ ਗੁਰਬਾਣੀ ਹੈ, ਉਹਦੇ ਵਿੱਚ ਸ਼ਬਦ ਦਰਜ ਹੈ ਜੀ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਔਰ ਹਜ਼ੂਰੀ ਰਾਗੀ ਪਦਮ ਸ਼੍ਰੀ ਨਿਰਮਲ ਸਿੰਘ ਜੀ ਖਾਲਸਾ, ਜਿਹੜੇ ਕਿ ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਨੇ, ਮੈਂ ਕਿ ਦੁਨੀਆ ਭਰ ਦੇ ਜਿੰਨੇ ਵੀ ਲੋਕ ਨੇ ਉਹਨਾਂ ਦੇ ਮੁਰੀਦ ਨੇ, ਉਹਨਾਂ ਦੇ ਆਸ਼ਕ ਨੇ, ਉਹਨਾਂ 'ਚੋਂ ਮੈਂ ਵੀ ਇੱਕ ਹਾਂ। ਔਰ ਉਹਨਾਂ ਦੀ ਉਹ ਜਿਹੜੀ ਕੰਪੋਜੀਸ਼ਨ ਹੈ ਉਹ ਮੇਰੇ ਦਿਲ ਦੇ ਬਹੁਤ ਕਰੀਬ ਆ। ਹਰ ਰੋਜ਼ ਮੇਰੀ ਸਵੇਰ ਦੀ ਜਿਹੜੀ ਚਾਹ ਆ ਉਹ ਤੁਸੀਂ ਕਹਿ ਲਓ ਕਿ ਅੰਮ੍ਰਿਤ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਸ਼ਬਦ ਦੇ ਨਾਲ ਹੀ ਹਮੇਸ਼ਾ ਹੁੰਦੀ ਹੈ, ਬੜਾ ਸਕੂਨ ਮਿਲਦਾ। ਅਤੇ ਜਦੋਂ ਉਹ ਸਰੀਰਕ ਤੌਰ 'ਤੇ ਇਸ ਦੁਨੀਆ ਦੀ ਤੋਂ ਗਏ ਤੇ ਮੈਂ ਚਾਹੁੰਦਾ ਸੀਗਾ ਕਿ ਬਈ ਉਹਨਾਂ ਨੂੰ ਕੁਛ ਨਾ ਕੁਛ ਆਪਣੇ ਵੱਲੋਂ ਸ਼ਰਧਾਂਜਲੀ ਦੇਵਾਂ, ਉਹਨਾਂ ਨੂੰ ਕੁਛ ਡੈਡੀਕੇਟ ਕਰਾਂ। ਅਤੇ ਸਾਡੀ ਟੀਮ ਨੇ ਔਰ ਮੈਂ ਮਿਲ ਕੇ ਅਸੀਂ ਇਹੀ ਫੈਸਲਾ ਕੀਤਾ ਕਿ ਕਿਉਂ ਨਾ ਅਸੀਂ ਇਸੇ ਸ਼ਬਦ ਨੂੰ ਉਸੇ ਕੰਪੋਜੀਸ਼ਨ ਨੂੰ ਜੋ ਭਾਈ ਨਿਰਮਲ ਸਿੰਘ ਖਾਲਸਾ ਜੀ ਨੇ ਗਾਈ ਆ, ਅਸੀਂ ਉਹਨੂੰ ਰੀਕ੍ਰੀਏਟ ਕਰਕੇ ਮਾਰਕੀਟ 'ਚ ਲੈ ਕੇ ਆਉਂਦੇ ਹਾਂ। ਸੋ ਇਹ ਸ਼ਬਦ ਇੱਕ ਤਰ੍ਹਾਂ ਦੀ
ਜਿਹੜੀ ਸਾਡੀ ਸ਼ਰਧਾ ਆ ਗੁਰਬਾਣੀ ਪ੍ਰਤੀ ਉਹ ਕਰ ਰਹੇ ਹਾਂ, ਔਰ ਦੂਸਰਾ ਅਸੀਂ ਖਾਲਸਾ ਜੀ ਨੂੰ ਆਪਣੀ ਟੀਮ ਵੱਲੋਂ ਜਾਂ ਮੈਂ ਆਪਣੇ ਵੱਲੋਂ ਇੱਕ ਸ਼ਰਧਾਂਜਲੀ ਦੇਣੀ ਚਾਹੁੰਦਾ ਹਾਂ। ਪਰ ਕਿਤੇ ਜੇ ਕਹੀਏ ਕਿ ਤੁਹਾਡੀ ਆਪਣੀਆਂ ਭਾਵਨਾਵਾਂ ਹੈਗੀਆਂ ਨੇ ਹੈਗੀਆਂ ਗੁਰਬਾਣੀ ਦੇ, ਜੇ ਕਹੀਏ ਕਿ ਲੋਕ ਇਸ ਤੋਂ ਇੱਕ ਨਵੀਂ ਚੀਜ਼ ਸੁਣਨ ਨੂੰ ਮਿਲਣਗੇ, ਕਿਉਂਕਿ ਪੁਰਾਣੇ ਬਬੀਹੇ ਨੇ ਤਾਂ ਦੇਖਿਆ ਜਾਵੇ ਸ਼ਾਇਦ ਇਸ ਪਾਸੇ ਧਿਆਨ ਕਿਸੇ ਦਾ ਗਿਆ ਨਹੀਂ ਹੈਗਾ ਜੀ। ਤੁਹਾਨੂੰ ਨਹੀਂ ਲੱਗਦਾ ਹੁੰਦਾ ਕਈ ਵਾਰ, ਕਿਉਂਕਿ ਜਦੋਂ ਕੋਈ ਸ਼ੁਰੂਆਤ ਹੁੰਦੀ ਹੈ ਜਾਂ ਤੁਸੀਂ ਜੋ ਕਨਸੈਪਟ ਲੈ ਕੇ ਚੱਲੇ ਹੋ ਲੋਕ ਪਸੰਦ ਕਰਨਗੇ ਕੀ ਨਾ ਕਰਨਗੇ, ਇਹ ਸਾਰੀਆਂ ਚੀਜ਼ਾਂ ਵੀ ਜੁੜੀਆਂ ਹੁੰਦੀਆਂ ਨੇ, ਜਾਂ ਇੱਕ ਕੋਸ਼ਿਸ਼ ਹੈ ਕਿ ਸਹੀ ਚੀਜ਼ ਲੋਕਾਂ ਦੇ ਸਾਹਮਣੇ ਵੀ ਜਾਵੇ ਤੇ ਦੂਜੇ ਪਾਸੇ ਟ੍ਰਿਬਿਊਟ ਤਾਂ ਹੈਗਾ ਹੀ ਹੈ ਜੀ। ਨਹੀਂ ਸਰ, ਇਹ ਚੀਜ਼ਾਂ ਬਿਲਕੁਲ ਹੁੰਦੀਆਂ ਹੈ ਦਿਮਾਗ ਦੇ ਵਿੱਚ, ਪਰ ਕਿਤੇ ਨਾ ਕਿਤੇ ਤੁਹਾਡਾ ਫੋਕਸ ਹੁੰਦਾ ਹੈ ਨਾ ਵੀ ਲੋਕ ਤਾਂ ਬਹੁਤ ਸਾਰੇ ਨੇ, ਬਹੁਤ ਤਰ੍ਹਾਂ ਦੇ, ਬਹੁਤ ਵਿਚਾਰ ਰੱਖਣ ਵਾਲੇ, ਬਹੁਤ ਤਰ੍ਹਾਂ ਦੀ ਆਪਣੀ ਆਪਣੀ ਪਸੰਦ ਹੈ ਸਭ ਦੀ, ਔਰ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਨੂੰ ਫੋਕਸ ਕਰਨਾ, ਕਿਸ ਤਰ੍ਹਾਂ ਦੀ ਆਡੀਅנס 'ਤੇ ਫੋਕਸ ਕਰਨਾ ਹੈ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਦਾ ਮੈਂ ਆਪਣਾ ਮਾਰਗ ਸੋਚ ਕੇ ਚੱਲਿਆ ਹੋਇਆ, ਮੈਂ ਜਿਸ ਤਰ੍ਹਾਂ ਦਾ ਆਪਣਾ ਰਾਹ ਬਣਾ ਕੇ ਚੱਲਿਆ ਹੋਇਆ, ਉਸੇ ਤਰ੍ਹਾਂ ਦੇ ਲੋਕ ਮੈਨੂੰ ਪਸੰਦ ਵੀ ਕਰਦੇ ਪਏ ਨੇ, ਮੈਨੂੰ ਸੁਣਦੇ ਵੀ ਪਏ ਨੇ, ਮੈਨੂੰ ਰਿਸਪੌਂਸ ਵੀ ਦੇ ਰਹੇ ਨੇ, ਔਰ ਮੇਰੀ ਬਾਂਹ ਵੀ ਫੜਦੇ ਪਏ ਨੇ, ਮੈਨੂੰ ਸਪੋਰਟ ਕਰ ਰਹੇ ਨੇ। ਪਤਾ ਲੱਗਿਆ ਉਹ ਤੁਹਾਡਾ ਪਹਿਲਾਂ ਗਾਣਾ ਆਏਗਾ ਕਣੀਆਂ, ਜਿਹੜਾ ਕਿ ਹਾਂਜੀ ਰੀਸੈਂਟਲੀ ਅਸੀਂ ਕਣੀਆਂ ਗਾਣਾ ਰਿਲੀਜ਼ ਕੀਤਾ, ਔਰ ਬੜਾ ਅੱਛਾ ਰਿਸਪੌਂਸ ਹੈ, ਉਹਨੂੰ ਯੰਗਸਟਰ ਵੀ ਸੁਣਦੇ ਪਏ ਨੇ, ਔਰ ਜਿਹੜੇ ਸੁਲਝੇ ਲੋਕ ਆ ਉਹਨਾਂ ਦਾ ਵੀ ਪਿਆਰ ਮਿਲਦਾ ਪਿਆ। ਬੇਸਿਕਲੀ ਅਸੀਂ ਕਣੀਆਂ ਗਾਣਾ ਕਰਨ ਦਾ ਰੀਜ਼ਨ ਇਹ ਸੀ ਕਿਉਂਕਿ ਉਹ ਸਾਉਣ ਮਹੀਨੇ ਦੇ ਉੱਤੇ ਸੀਗੇ, ਖਾਸ ਕਰਕੇ ਅਸੀਂ ਇਸੇ ਕਰਕੇ ਕਣੀਆਂ ਦੇ ਬਾਰਿਸ਼ਾਂ ਦੇ ਉੱਤੇ ਉਹ ਗਾਣਾ ਕੀਤਾ ਹੈ। ਸ਼ਸ਼ੀਪਾਲ ਸਮੁੰਦਰਾ ਜੀ ਦਾ ਲਿਖਿਆ ਹੋਇਆ ਔਰ ਚਾਂਦ ਦਾ ਮਿਊਜ਼ਿਕ ਕੀਤਾ ਹੋਇਆ, ਉਹ ਸਾਰੀ ਜਿਹੜੀ ਟੀਮ ਆ ਔਰ ਮਿਊਜ਼ਿਕ ਮਸ਼ੀਨ ਨੇ ਇਸ ਗਾਣੇ ਨੂੰ ਰਿਲੀਜ਼ ਕੀਤਾ ਹੈ, ਔਰ ਲੋਕਾਂ ਵੱਲੋਂ ਅੱਛਾ ਰਿਸਪੌਂਸ ਕਹਿ ਸਕਦੇ ਹਾਂ ਕਿ ਅਜਿਹੇ ਜੇ ਕਹੀਏ ਕਿ ਐਕਸਪੈਰੀਮੈਂਟ ਹੀ ਕਹਾਂਗੇ, ਕਿਉਂਕਿ ਜਦੋਂ ਕੋਈ ਚੀਜ਼ ਚੱਲਦੀ ਹੁੰਦੀ ਹੈ ਜੇ ਬਿਲਕੁਲ ਆਪਾਂ ਉਹਦੇ ਉਲਟ ਹੋ ਕੇ ਚੱਲ ਪਈਏ, ਜੀ ਚੰਗਾ ਸੁਨੇਹਾ ਜ਼ਰੂਰ ਹੁੰਦਾ ਕਈ ਚੀਜ਼ਾਂ 'ਚ, ਪਰ ਲੋਕ ਸ਼ਾਇਦ ਉਹਦੀ ਭੀੜ ਨਹੀਂ ਜੁਟ ਪਾਉਂਦੀ ਹੈਗੀ। ਸੋਚਦੇ ਹੋ ਕਿ ਆਖਰਕਾਰ ਰਾਹ ਪਹਿਲਾਂ ਖੁਦ ਆਪ ਹੀ ਬਣਾਉਣਾ ਪੈਂਦਾ ਕਿ ਹਾਂ ਇਸ ਪਾਸੇ ਜਾਣਾ ਹੈ। ਬੇਸ਼ੱਕ ਲੋਕ ਫਿਰ ਸੋਚਦੇ ਨੇ, ਦੇਖਦੇ ਨੇ ਸਾਹਮਣੇ ਕੀ ਮਾੜਾ, ਕੀ ਠੀਕ, ਕੀ ਚੰਗਾ, ਕੀ ਬੁਰਾ ਹੈਗਾ, ਤਾਂ ਰਿਸਪੌਂਸ ਜਦੋਂ ਮਿਲਦਾ ਤਾਂ ਫਿਰ ਅੱਗੇ ਸੋਚ ਉਵੇਂ ਵੱਧਦੀ ਹੈਗੀ। ਹਾਂਜੀ, ਡਾਕਟਰ ਜਗਤਾਰ ਸਾਹਿਬ ਦਾ ਇੱਕ ਸ਼ੇਰ ਬੜਾ ਅੱਛਾ ਹੈ, ਮੈਂ ਹਰ ਵਾਰੀ ਬੋਲਦਾ ਹਾਂ ਕਿ ਹਰ ਮੋੜ ਤੇ ਸਲੀਬਾਂ, ਹਰ ਰਾਹ ਤੇ ਹਨੇਰਾ, ਅਸੀਂ ਫੇਰ ਵੀ ਨਾ ਰੁਕੇ, ਸਾਡਾ ਵੀ ਵੇਖ ਜੇਰਾ। ਤੇ ਮੈਨੂੰ ਆਲਰੇਡੀ ਪਤਾ ਸੀਗਾ ਚੱਲਣ ਤੋਂ ਪਹਿਲਾਂ ਕਿ ਜਿਹੜਾ ਰਾਹ ਮੈਂ ਚੁਣ ਰਿਹਾ ਆ ਇਹ ਔਖਾ ਵੀ ਆ, ਟੇਢਾ ਵੀ ਆ, ਇਹਦੇ ਤੇ ਹਨੇਰੇ ਵੀ, ਇਹਦੇ ਤੇ ਕੰਡੇ ਵੀ ਆ, ਇਹਦੇ ਤੇ ਠੇਡੇ ਵੀ ਲੱਗ ਸਕਦੇ ਆ। ਸੋ ਮੈਂ ਕਿਤੇ ਨਾ ਕਿਤੇ ਫਿਰ ਵੀ ਆਪਣਾ ਰਾਹ ਬਣਾਉਣ ਦੇ ਵਿੱਚ ਕਾਮਯਾਬ ਹੋ ਰਿਹਾ। ਤੇ ਇਹ ਇੱਕ ਐਕਸਪੈਰੀਮੈਂਟ ਵੀ ਨਹੀਂ ਹੈਗਾ, ਐਕਸਪੈਰੀਮੈਂਟ ਇਹ ਹੁੰਦਾ ਕਿ ਕਰਕੇ ਦੇਖ ਲਓ ਹੋਏਗਾ ਨਹੀਂ ਹੋਏਗਾ। ਮੈਨੂੰ ਬਿਲਕੁਲ ਆਪਣਾ ਜਿਹੜਾ ਉਹ ਵਿਜ਼ਨ ਆ, ਆਪਣਾ ਰਸਤਾ ਜਿਹੜਾ ਉਹ ਬਿਲਕੁਲ ਕਲੀਅਰ ਹੈ, ਮੈਨੂੰ ਪਤਾ ਮੈਂ ਇਹੀ ਕਰਨਾ ਔਰ ਇਹ ਹੀ ਕਰਨਾ ਸੀਗਾ, ਔਰ ਲੋਕੀ ਐਪਰੀਸ਼ੀਏਟ ਕਰ ਰਹੇ ਨੇ, ਐਸੀ ਕੋਈ ਗੱਲ ਨਹੀਂ ਹੈਗੀ, ਚੰਗਾ ਲੱਗ ਰਿਹਾ। ਬੰਬੀਹੇ ਦੀਆਂ ਜਿਹੜੀਆਂ ਕਹੀਏ ਕਿ ਤੁਸੀਂ, ਕਿਉਂਕਿ ਤੁਹਾਡੇ ਅੰਦਾਜ਼ 'ਚ ਸੁਣਨਾ ਚਾਹਾਂਗੇ, ਕਿਉਂਕਿ ਪੁਰਾਣਾ ਤਾਂ ਅਸੀਂ ਬਹੁਤ ਸੁਣ ਲਿਆ ਹੈਗਾ, ਧੂਮ ਧੜੱਕਾ ਪੈਂਦੇ ਜੀ। ਤੇ ਮੈਂ ਉਹਨਾਂ ਦੀ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ, ਖਾਲਸਾ ਜੀ ਦੀ ਕੰਪੋਜੀਸ਼ਨ ਹੈ, ਮੈਂ ਉਹੀ ਸਰੋਤਿਆਂ ਦੇ ਸਾਹਮਣੇ ਪੇਸ਼ ਕਰਦਾ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਤਾਂ ਦਰ ਸੁਣੀ ਪੁਕਾਰ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਬਬੀਹਾ ਅੰਮ੍ਰਿਤ ਵੇਲੇ ਬੋਲਿਆ। ਦੇਖੀਏ ਜਿਹੜਾ ਕਿ ਤੁਹਾਡੇ ਨਾਲ ਜਿਹੜਾ ਤੁਹਾਡਾ ਕਣੀਆਂ ਸੀਗਾ ਉਹ ਵੀ ਤੁਸੀਂ ਸੌਣ ਨੂੰ ਲੈ ਕੇ ਉਹ ਕਰਿਆ, ਬੰਬੀਹੇ ਦੇ ਵੀ ਜੇ ਕਹੀਏ ਕਿ ਸ਼ਬਦ ਮਾਇਨੇ ਨਿਕਲਦੇ ਨੇ। ਹਾਂਜੀ। ਤੇ ਇੱਕ ਤੁਹਾਡਾ ਆਇਆ ਸੀ ਲੋਕਡਾਊਨ ਦੇ ਮਾਇਨੇ ਨਿਕਲਣਗੇ ਜੀ, ਕਿਉਂਕਿ ਇਹ ਗੁਰੂਆਂ ਦਾ ਆਸ਼ੀਰਵਾਦ ਹੈ, ਗੁਰੂਆਂ ਦੀ ਬਾਣੀ ਹੈ, ਇਹ ਤੇ ਸਾਡੇ ਵਾਸਤੇ ਆਸ਼ੀਰਵਾਦ ਹੈ। ਤੇ ਇੱਕ ਕਹੀਏ ਕਿ ਜੋ ਵੀ ਤੁਸੀਂ ਹੁਣ ਤੱਕ ਗਾਇਆ ਉਹਦੇ ਮਾਇਨੇ ਕੋਈ ਤਾਂ ਕਿਤੇ ਨਿਕਲਦੇ ਨੇ, ਉਹਨਾਂ ਦੇ ਵਿੱਚੋਂ ਅਰਥ ਨਿਕਲਦੇ ਨੇ ਕੋਈ, ਤਾਂ ਇਹ ਵੀ ਕੋਸ਼ਿਸ਼ ਨਾਲ ਲੈ ਕੇ ਚੱਲਿਓ ਵੀ ਕਮ ਸੇ ਕਮ ਜੋ ਗਾਇਆ ਜਾਵੇ ਲੋਕ ਸਮਝਣ ਤੇ ਉਹ ਕਿਤੇ ਨਾ ਕਿਤੇ ਪ੍ਰਭਾਵ ਪਾਵੇ ਉਹ ਚੀਜ਼ਾਂ ਦਾ, ਜਾਂ ਫਿਰ ਜਤਾਵੇ ਲੋਕਾਂ ਨੂੰ ਕਿ ਅਸਲ ਜ਼ਿੰਦਗੀ 'ਚ ਹੈ ਕੀ ਚੀਜ਼ਾਂ। ਹਾਂ ਬਿਲਕੁਲ ਬਿਲਕੁਲ, ਇਹ ਸਾਰੀਆਂ ਚੀਜ਼ਾਂ ਕਰਨ ਦਾ ਮਤਲਬ ਇਹੀ ਆ। ਔਰ ਜਦੋਂ ਸਾਡੀ ਟੀਮ ਨੇ ਮਿਲ ਕੇ ਦਰਦ ਦਾ ਦਰਿਆ ਗਾਣਾ ਕੀਤਾ, ਉਹਦੇ ਪਿੱਛੇ ਵੀ ਇਹੀ ਸੀਗਾ ਕਿ ਉਹ ਜਿਹੜੇ ਲੋਕ ਸੈਂਕੜੇ ਕਿਲੋਮੀਟਰ ਪੈਦਲ ਚੱਲ ਗਏ, ਭੁੱਖ 'ਚ, ਤੇਹ 'ਚ, ਪਿਆਸ 'ਚ, ਉਹਨਾਂ ਦੀ ਕੋਈ ਨਾ ਕੋਈ ਗੱਲ ਕਰੇ। ਅਤੇ ਜਦੋਂ ਸਤਨਾਮ ਸਿੰਘ ਮਾਣਕ ਸਾਹਿਬ ਦਾ ਲਿਰਿਕਸ
ਮੇਰੇ ਕੋਲ ਪਹੁੰਚਿਆ, ਉਹਨੂੰ ਕੰਪੋਜ਼ ਕਰਨ ਲਈ ਕਿਹਾ ਗਿਆ ਤੇ ਉਹ ਇਸ ਤਰ੍ਹਾਂ ਦਾ ਆਪਣੇ ਆਪ 'ਚੋਂ ਪ੍ਰੋਡਕਟ ਬਣ ਗਿਆ। ਸਾਨੂੰ ਤਾਂ ਇਹੀ ਚੀਜ਼ ਲੱਗਦੀ ਕਿ ਤੁਸੀਂ ਚੰਗਾ ਕਰੋ, ਚੰਗਾ ਸੋਚੋ, ਮੇਰਾ ਵੀ ਚੰਗਾ ਪੁੱਛਣ ਦਾ ਵਾਰ-ਵਾਰ ਕਾਰਨ ਇਹ ਰਹਿ ਜਾਂਦਾ ਕਿਉਂਕਿ ਜੋ ਤੁਸੀਂ ਵੀ ਸੁਣਦੇ ਹੋਵੋਗੇ ਗਾਣਿਆਂ ਦੇ ਵਿੱਚੋਂ ਤੁਕਾਂ ਕੋਈ ਨਹੀਂ ਨਿਕਲਦੀਆਂ, ਕੋਈ ਉਹਨਾਂ ਦੇ ਮਾਇਨੇ ਨਹੀਂ ਹੁੰਦੇ, ਸਿਰਫ ਇੱਕ ਢੋਲ ਢਮਕਾ ਉੱਚੀ ਵੱਜਦਾ, ਦੂਜਾ ਉਹਦੇ ਸ਼ਬਦ ਕੁਝ ਤਰ੍ਹਾਂ ਦੇ, ਜੇ ਕਹੀਏ ਸਟਾਰਟਿੰਗ ਕੁਝ ਹੋਰ ਹੁੰਦੀ ਹੈ, ਵਿੱਚ ਕੁਝ ਹੋਰ ਮਟੀਰੀਅਲ ਪੈ ਜਾਂਦਾ। ਜੀ ਮੈਂ ਉਹੀ ਗੱਲ ਤੇ ਆ ਰਿਹਾ ਸੀਗਾ ਕਿ ਆਪਣੀ ਸੋਚ ਇਹ ਰਹਿਣੀ ਚਾਹੀਦੀ ਹੈ। ਮੈਂ ਜਿਵੇਂ ਸੋਚਦਾ ਕਿ ਹਮੇਸ਼ਾ ਚੰਗਾ ਸੋਚੋ, ਚੰਗਾ ਸੁਣੋ, ਚੰਗਾ ਪੜ੍ਹੋ ਤੇ ਚੰਗਾ ਕਰਨ ਦੀ ਕੋਸ਼ਿਸ਼ ਕਰੋ। ਤੇ ਮੈਨੂੰ ਇਹ ਚੀਜ਼ਾਂ ਲੱਗਦੀਆਂ ਬਲਕਿ ਹੱਥਾਂ ਤੇ ਸਰੋਂ ਅਜ਼ਮਾਉਣ ਵਾਲੀ ਗੱਲ ਹੈ ਕਿ ਜਦੋਂ ਤੁਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਪੂਰੀ ਕਾਇਨਾਤ ਤੇ ਪੂਰੀ ਕੁਦਰਤ ਤੁਹਾਡੇ ਨਾਲ ਰਚ ਮਿਚ ਜਾਂਦੀ ਹੈ ਤੇ ਤੁਹਾਡੇ ਨਾਲ ਸਹਾਇਕ ਹੋ ਕੇ ਚੱਲ ਜਾਂਦੀ ਹੈ। ਵੀ ਜੇ ਤੁਸੀਂ ਇੱਕ ਕਦਮ ਚੱਲਦੇ ਹੋ ਤੇ ਅੱਗੋਂ ਤੁਹਾਡੀ ਬਾਹ ਫੜਦੀ ਹੈ ਕਿ 10 ਕਦਮਾਂ 'ਚ ਤੁਹਾਨੂੰ ਉਹ ਸਹਾਇ ਕਰਦੀ ਹੈ। ਮੈਂ ਜਿੰਨਾ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਉਹ ਗੱਲ ਜਾਂ ਉਹ ਸ਼ਬਦ ਜਿਹਦੇ ਤੇ ਤੁਹਾਨੂੰ ਸਮਾਜ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਦੋਸਤਾਂ ਮਿੱਤਰਾਂ ਤੋਂ ਸ਼ਰਮਿੰਦਾ ਨਾ ਹੋਣਾ ਪੈ ਸਕੇ, ਔਰ ਜਿਹੜਾ ਸਾਡਾ ਕਲਚਰ ਹੈ, ਜਿਹੜੀ ਸਾਡੀ ਗੁਰਬਾਣੀ ਹੈ, ਉਹਦੇ 'ਚੋਂ ਤੁਹਾਨੂੰ ਸ਼ਰਮਿੰਦਾ ਨਾ ਹੋਣਾ ਪੈ ਸਕੇ, ਔਰ ਜਿੰਨੀਆਂ ਗੱਲਾਂ ਕੀਤੀਆਂ ਜਾਣ ਚੰਗੀਆਂ ਗੱਲਾਂ ਕੀਤੀਆਂ ਜਾਣ। ਕਹਿ ਸਕਦੇ ਹਾਂ ਜਾਂ ਕੋਈ ਕਿ ਜਿਵੇਂ ਤੁਸੀਂ ਇਹ ਕਰ ਰਹੇ ਹੈਗੇ ਹੋ, ਰਿਸਪੌਂਸ ਮਿਲਦਾ ਤਾਂ ਫਿਰ ਉਹ ਚੀਜ਼ਾਂ ਉਹ ਮਿੱਥਾਂ ਪਿੱਛੇ ਰਹਿ ਜਾਂਦੀਆਂ ਨੇ। ਜੇ ਤਾਂ ਕਹਿੰਦੇ ਨੇ ਕਿ ਲੋਕ ਤਾਂ ਸੁਣਦੇ ਹੈ ਨੇ, ਕਿਉਂਕਿ ਬਹੁਤੇ ਗਾਇਕਾਂ ਦਾ ਕਹਿਣਾ ਇਹੀ ਹੁੰਦਾ ਕਿ ਸੁਣਦੇ ਹੈ ਜਿਹਨੇ ਅਸੀਂ ਗਾਦਾ ਨੇ ਇਹੋ ਜਿਹਾ ਕਿ ਯਾਨੀ ਕਿ ਜੇ ਤੁਸੀਂ ਚੰਗਾ ਸੁਣਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਲੋਕ ਉਹ ਵੀ ਸੁਣਨਾ ਚਾਹੁੰਦੇ ਨੇ। ਇਹ ਨਹੀਂ ਹੈਗਾ ਕਿ ਉਹਦਾ ਕੋਈ ਹੈ ਹੀ ਨਹੀਂਗਾ ਸੁਣਨ ਵਾਲਾ। ਮੈਂ ਸਰ ਤੁਹਾਨੂੰ ਸਭ ਤੋਂ ਵੱਡੀ ਐਗਜ਼ਾਮਪਲ ਦੇਣਾ ਹੈ, ਮਹਿਸੂਸ ਕੀਤੀ ਹੋਣੀ ਇਹ ਚੀਜ਼। ਨਹੀਂ, ਮੈਂ ਤੁਹਾਨੂੰ ਸਭ ਤੋਂ ਵੱਡੀ ਐਗਜ਼ਾਮਪਲ ਇਸ ਚੀਜ਼ ਦੀ ਦੇਣਾ ਹੈ ਕਿ ਸਾਲ ਡੇਢ ਸਾਲ ਪਹਿਲਾਂ ਮੈਂ ਇੱਕ ਪੰਜਾਬੀ ਮਾਂ ਬੋਲੀ ਦੇ ਉੱਤੇ ਗਾਣਾ ਕੀਤਾ ਸੀ। ਮੈਂ ਬਾਕੀ ਆਪਣੇ ਕਲਾਕਾਰਾਂ ਭਰਾਵਾਂ ਦੀ ਗੱਲ ਨਹੀਂ ਕਰਦਾ ਕਿ ਉਹ ਪੰਜਾਬੀ ਮਾਂ ਬੋਲੀ ਤੇ ਕੁਝ ਕਹਿਣਾ ਚਾਹੁੰਦੇ ਕਿ ਨਹੀਂ, ਪੰਜਾਬੀ ਕਲਚਰ ਤੇ ਕਹਿਣਾ ਚਾਹੁੰਦੇ ਕਿ ਨਹੀਂ। ਤੇ ਹਰਵਿੰਦਰ ਸਿੰਘ ਜੀ ਵੱਲੋਂ ਲਿਖਿਆ ਗਿਆ ਪੰਜਾਬੀ ਮਾਂ ਬੋਲੀ ਦਾ ਇੱਕ ਦੁਖਾਂਤ ਸੀ ਕਿ ਉਹਦੇ ਪੁੱਤ, ਉਹਦੀਆਂ ਪੀੜ੍ਹੀਆਂ ਜਿਹੜੀਆਂ ਅੱਜ ਕਿਤੇ ਨਾ ਕਿਤੇ ਪੰਜਾਬੀ ਮਾਂ ਬੋਲੀ ਤੋਂ ਮੂੰਹ ਫੇਰ ਰਹੀਆਂ। ਹਾਲਾਂਕਿ ਉਸ ਵਾਈਟ ਹਿਲ ਕੰਪਨੀ ਵੱਲੋਂ ਨੂੰ ਰਿਲੀਜ਼ ਕੀਤਾ ਗਿਆ ਸੀਗਾ ਗਾਣੇ ਨੂੰ, ਔਰ ਉਸ ਗਾਣੇ ਦੀ ਕੋਈ ਵੀਡੀਓ ਵੀ ਨਹੀਂ ਸੀ। MP3 ਗਾਣਾ ਰਿਲੀਜ਼ ਹੋਇਆ YouTube ਦੇ ਉੱਤੇ ਤੇ ਉਹ ਗਾਣਾ ਪਹੁੰਚਦਿਆਂ ਮਿਰਚੀ ਰੇਡੀਓ ਦੀ ਨਜ਼ਰ ਤੱਕ ਪਹੁੰਚਿਆ, ਔਰ ਸਾਰੀ ਜਿਊਰੀ ਦਾ ਮੈਂ ਥੈਂਕਸ ਕਰਨਾ ਚਾਹੁੰਦਾ ਜਿਨ੍ਹਾਂ ਦੀ ਨਜ਼ਰ ਦੇ ਵਿੱਚ ਉਹ ਗਾਣਾ ਆਇਆ, ਔਰ ਮਿਰਚੀ ਰੇਡੀਓ ਨੇ ਉਸ ਗਾਣੇ ਨੂੰ 2 ਅਵਾਰਡਸ ਦੇ ਨਾਲ ਸਨਮਾਨਿਤ ਕੀਤਾ। ਤੇ ਇਹਦਾ ਜਿਹੜਾ ਉਹ ਸਿੱਟਾ ਇਹੀ ਨਿਕਲਦਾ ਹੈ, ਇਹਦਾ ਰਿਜ਼ਲਟ ਤੇ ਖੁਸ਼ੀ ਇਸੇ ਗੱਲ ਦੀ ਹੈ ਵੀ ਤੁਸੀਂ ਕਰੋ ਤੇ ਸਹੀ, ਲੋਕਾਂ ਨੂੰ ਦਿਓ ਤੇ ਸਹੀ। ਲੋਕ ਸੁਣਦੇ ਆ, ਲੋਕ ਐਪਰੀਸ਼ੀਏਟ ਕਰਦੇ ਆ, ਲੋਕ ਪਿਆਰ ਦਿੰਦੇ ਆ ਤੁਹਾਨੂੰ। ਥੋੜ੍ਹਾ ਜਿਹਾ ਤਾਂ ਤੁਹਾਨੂੰ ਹਿੰਮਤੀ ਬਣਨਾ ਹੀ ਪੈਂਦਾ ਹੈ, ਆਪਣੇ ਹੱਕ ਵਾਸਤੇ ਲੜਨਾ ਪੈਂਦਾ ਹੈ। ਤੇ ਜੇ ਅਸੀਂ ਡਰਦੇ ਮਾਰੇ ਉਹ ਕੰਮ ਹੀ ਨਹੀਂ ਕਰਾਂਗੇ ਤੇ ਫਿਰ ਤਾਂ ਮੈਨੂੰ ਲੱਗਦਾ ਕੁਝ ਵੀ ਸਿੱਟੇ ਵੀ ਨਹੀਂ ਨਿਕਲ ਸਕਦੇ। ਫਿਰ ਜਿਹੜੀਆਂ ਤਸ਼ਬੀਹਾਂ ਵੀ ਨਹੀਂ ਦਿੱਤੀਆਂ ਜਾ ਸਕਦੀਆਂ, ਫਿਰ ਐਗਜ਼ਾਮਪਲਾਂ ਖੜੀਆਂ ਨਹੀਂ ਹੋ ਸਕਦੀਆਂ। ਤੇ ਜੇ ਤੁਸੀਂ ਐਸਾ ਕੋਈ ਕੰਮ ਨਹੀਂ ਕਰ ਸਕੇ ਕਿ ਤੁਸੀਂ ਜਿਹਦੇ 'ਚ ਮਿਸਾਲ ਨਾ ਬਣੋ, ਤੇ ਮੈਨੂੰ ਲੱਗਦਾ ਹੈ ਕਿ ਫਿਰ ਤਾਂ ਇਹ ਜ਼ਿੰਦਗੀ ਜੀਣੇ ਤੇ ਸਾਹ ਲੈਣੇ ਵੀ ਤੁਹਾਡੇ ਵਾਸਤੇ ਬੇਫਾਇਦਾ ਨੇ, ਬੇਮਾਇਨੇ। ਠੀਕ ਉਸੇ ਤਰ੍ਹਾਂ ਹੋ ਜਾਂਦਾ ਕਿ ਭੀੜ ਸਭ ਇਸ ਪਾਸੇ ਨੂੰ ਚੱਲ ਰਹੀ ਹੈ ਤੇ ਅਸੀਂ ਦੂਜੇ ਪਾਸੇ ਨੂੰ ਹੋ ਜਾਂਦੇ ਹਾਂ। 1947 ਨੂੰ ਲੈ ਕੇ ਜਿਹੜਾ ਤੁਸੀਂ ਤਿਆਰੀ ਕਰ ਰਹੇ ਹੋ, ਉਹਦੇ ਵਿੱਚ ਕੀ ਦਿਖਾਉਣ ਦੀ ਕੋਸ਼ਿਸ਼ ਹੈਗੀ ਹੈ? ਕਿਉਂਕਿ ਦਰਦ ਜਾਂ ਉੱਥੋਂ ਦੀਆਂ ਪਰੇਸ਼ਾਨੀਆਂ, ਦਿੱਕਤਾਂ ਤਾਂ ਪਤਾ ਵੀ ਨੇ ਖੈਰ ਲੋਕਾਂ ਨੂੰ, ਸਮਝਣ ਦੇ ਤੇ ਸਮਝਾਉਣ ਦੇ ਮਾਇਨੇ ਕਈ ਵਾਰ ਬਦਲ ਜਾਂਦੇ। ਜੀ ਇਹ ਜਿਹੜਾ ਸਾਡਾ ਟਰੈਕ ਆ ਰਿਹਾ ਜੀ, ਨੈਕਸਟ ਕੁਝ ਇੱਕ ਦਿਨਾਂ ਤੱਕ ਅਸੀਂ ਉਹਦਾ ਫਸਟ ਲੁੱਕ ਜਿਹੜੀ ਪੋਸਟਰ ਹੈ ਉਹਦਾ ਰਿਲੀਜ਼ ਕਰਤਾ ਹੈ, ਕੰਡੇ 47 ਦੀ। ਇਹ ਵੀ ਸ਼੍ਰੀ ਸਤਨਾਮ ਸਿੰਘ ਮਾਣਕ ਸਾਹਿਬ ਵੱਲੋਂ ਲਿਖਿਆ ਗਿਆ ਦੁਖਾਂਤ ਹੈ ਉਹਨਾਂ ਲੋਕਾਂ ਦਾ, ਕਿਉਂਕਿ 1947 'ਚ ਜਦੋਂ ਵੰਡ ਹੋ ਗਈ ਉਦੋਂ ਜੋ ਲੋਕਾਂ ਨੇ ਹੰਡਾਇਆ ਉਹ ਵੀ ਬਹੁਤ ਜ਼ਿਆਦਾ ਉਹ ਵੀ ਬਹੁਤ ਵੱਡੀ ਪੀੜ ਸੀਗੀ ਜਿਹਦੇ ਵਿੱਚ ਲੋਕ ਜਿਹੜੇ ਸਾਡੇ ਆ ਗੁਜ਼ਰੇ ਆ, ਅੱਜ ਵੀ ਯਾਦ ਕਰਦੇ ਹਨ। ਹਾਂਜੀ, ਅੱਜ ਵੀ। ਔਰ ਜਿਹੜੀ ਅਸੀਂ ਕੰਡੇ 47 ਦੇ ਗੱਲ ਜਿਹੜੀ ਕੀਤੀ ਆ ਉਹਦੇ ਵਿੱਚ ਲੋਕਾਂ ਨੂੰ ਇਹ ਚੀਜ਼ ਸੁਣਨ ਨੂੰ ਮਿਲੇਗੀ ਕਿ 1947 ਤੋਂ ਲੈ ਕੇ ਅੱਜ ਤੱਕ ਇੰਨੇ ਸਾਲਾਂ ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਲ, ਜਿਨ੍ਹਾਂ ਪੰਜਾਬੀਆਂ ਦੇ ਨਾਲ, ਕਿਉਂਕਿ ਇਹ ਪੀੜ ਜਿਹੜੀ ਆ ਪੰਜਾਬੀਆਂ ਨੂੰ ਹੀ ਸਹਿਣੀ ਪਈ। ਇਹ ਵੰਡ ਜਿਹੜੀ ਹੋਈ ਸੀ ਇਹ ਪੰਜਾਬ ਦੀ ਵੰਡ ਹੋਈ ਸੀ, ਨਾ ਕਿ 2 ਮੁਲਕਾਂ ਦੀ। ਤੇ ਲਹਿੰਦੇ ਪੰਜਾਬ ਦੇ ਪੰਜਾਬੀ ਤੇ ਚੜ੍ਹਦੇ ਪੰਜਾਬ ਦੇ ਪੰਜਾਬੀ, ਔਰ ਦੁਨੀਆ ਭਰ ਦੇ ਜਿੰਨੇ ਵੀ ਮੁਲਕ ਨੇ ਉੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ, ਜਿਨ੍ਹਾਂ ਦੇ ਕੁਝ ਲੋਕਾਂ ਦੇ ਘਰ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਨੇ ਤੇ ਕੁਝ ਲੋਕਾਂ ਦੇ ਘਰ ਜਿਹੜੇ ਆ ਉਹ ਇੱਥੇ ਹਿੰਦੁਸਤਾਨ ਦੇ ਪੰਜਾਬ ਦੇ ਵਿੱਚ ਨੇ। ਉਹਨਾਂ ਦੀਆਂ ਪੀੜ੍ਹੀਆਂ, ਕਿਸੇ ਦੇ ਪੋਤਰੇ, ਕਿਸੇ ਦੇ ਪਰੋਤੜੇ, ਉਹ ਅੱਜ ਆਪਣੇ ਘਰਾਂ ਨੂੰ ਲੱਭ ਰਹੇ ਆ ਵੀ ਸਾਡੇ ਦਾਦੇ ਪੜਦਾਦੇ ਇੰਡੀਆ 'ਚ ਕਿੱਥੇ ਰਹਿੰਦੇ ਸੀ, ਉਹ ਘਰ ਕਿਸ ਤਰ੍ਹਾਂ ਦੇ, ਜਾਂ ਪਾਕਿਸਤਾਨ 'ਚ ਕਿੱਥੇ ਰਹਿੰਦੇ ਸੀ। ਅੱਜ ਵੀ ਉਹਨਾਂ ਨੂੰ ਆਪਣੇ ਉਹ ਘਰ ਦੇਖਣ ਨੂੰ, ਆਪਣੇ ਉਹ ਪਰਿਵਾਰ ਦੇਖਣ ਨੂੰ, ਉਹ ਗਲੀਆਂ, ਉਹ ਕੰਧਾਂ, ਉਹ ਛੱਤਾਂ, ਉਹ ਦਰਵਾਜ਼ੇ ਦੇਖਣ ਨੂੰ ਵੀਜ਼ਿਆਂ ਲਈ ਕਿੰਨਾ ਤਰਸਣਾ ਪੈ ਰਿਹਾ ਹੈ, ਮੀਡੀਆ ਤੱਕ ਪਹੁੰਚਣਾ ਪੈ ਰਿਹਾ ਕਿ ਸਾਨੂੰ ਕਿਤੇ ਨਾ ਕਿਤੇ ਉਸ ਘਰ ਦੇ ਜਿੱਥੇ ਉਹਨਾਂ ਦੇ ਪਰਿਵਾਰ ਰਹਿੰਦੇ ਸੀ ਉਹ ਦੇਖਣਾ ਹੀ ਨਸੀਬ ਹੋ ਜਾਏ। ਤੇ ਅੱਜ ਵੀ ਉਹਨਾਂ ਨੂੰ ਜਿੰਨੀ ਜਹਿਦ ਕਰਨੀ ਪੈ ਰਹੀ ਆ, ਕੰਡੇ 1947 ਦੇ, ਕੰਡੇ 47 ਦੇ ਜਿਹੜਾ ਟਰੈਕ ਆ, ਇਹ ਉਹਨਾਂ ਲੋਕਾਂ ਦੀ ਕਹਾਣੀ ਹੈ ਜੋ ਅੱਜ ਹੰਢਾ ਰਹੇ ਨੇ ਲੋਕ। ਹੁਣ ਥੋੜ੍ਹਾ ਜਿਹਾ ਮੈਂ ਹਟ ਕੇ ਇਹ ਚੀਜ਼ਾਂ ਤੋਂ ਗੱਲ ਕਰੂੰਗਾ, ਕਿਉਂਕਿ ਤੁਹਾਡੀ ਦੇਖਿਆ ਜਾਵੇ ਜਿੰਨੇ ਵੀ ਤੁਹਾਡੇ ਆਉਣ ਵਾਲੇ ਨੇ ਜਾਂ ਪਹਿਲਾਂ ਤੁਸੀਂ ਜੋ ਚੀਜ਼ਾਂ ਗਾ ਚੁੱਕੇ ਹੋ, ਉਹਦੀ ਆਵਾਜ਼ ਦੇ ਚੁੱਕੇ ਹੋ, ਉਹਨਾਂ ਦੇ ਮਾਇਨੇ, ਉਹਨਾਂ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ।
ਦੇਖਿਆ ਜਾਵੇ ਜਦੋਂ ਤੁਹਾਨੇ ਸ਼ੁਰੂਆਤ ਕਰੀ ਤੇ ਥੋੜਾ ਜਿਹਾ ਪਿੱਛੇ ਚੱਲ ਜਾਈਏ, ਹਾਂਜੀ। ਜਦੋਂ ਸ਼ੁਰੂਆਤ ਕਰੀ ਉਦੋਂ ਕੀ ਸੀਗਾ ਐਕਸਪੀਰੀਅੰਸ? ਕਿਉਂਕਿ ਹਰ ਇੱਕ ਕਿਸੇ ਨੇ ਚਲੋ ਦੇਖੋ ਗਾਣਾ ਸ਼ੁਰੂ ਕਰਨਾ ਜੇ ਕਹੀਏ ਕਿ ਪਹਿਲਾਂ ਹੀ ਨਹੀਂ ਪਤਾ ਹੁੰਦਾ ਕੋਈ ਬੰਦਾ ਹਿੱਟ ਹੋ ਜਾਊਗਾ ਜਾਂ ਸੁਣੂਗਾ ਉਹਨੂੰ ਜਾਂ ਨਹੀਂ ਸੁਣੂ, ਬਹੁਤ ਆਉਂਦੇ ਨੇ ਲੋਕ। ਉਸ ਸਮੇਂ ਕਿਸ ਤਰ੍ਹਾਂ ਦੀ ਉਲਝਣ ਤਾਣੀ ਹੈਗੀ ਸੀ ਦਿਮਾਗ 'ਚ ਕੋਈ ਇਸ ਤਰ੍ਹਾਂ ਦੀ ਕਿ ਆਖਰ ਕਿਹਾ ਜਾ ਰਿਹਾ? ਨਹੀਂ ਸਰ, ਬਿਲਕੁਲ ਸੀਗੀ, ਕਿਉਂਕਿ ਜਦੋਂ ਮੈਂ ਆਪਣੇ ਪਿੰਡ ਤੋਂ ਨਿਕਲਿਆ ਸੀਗਾ, ਜਿੰਨੇ ਲੋਕ ਮੇਰੇ ਨਾਲ ਅੱਜ ਜੁੜੇ ਹੋਏ ਨੇ ਸਭ ਨੂੰ ਪਤਾ ਹੈ ਮੇਰੇ ਸਟਰਗਲ ਬਾਰੇ, ਜਿੰਨੀਆਂ ਵੀ ਮੈਂ ਮੁਸੀਬਤਾਂ ਝੱਲ ਕੇ ਇੱਥੋਂ ਤੱਕ ਪਹੁੰਚਿਆ ਹੈ। ਉਸ ਟਾਈਮ ਮੇਰੇ ਦਿਮਾਗ 'ਚ ਕੁਝ ਨਹੀਂ ਸੀ ਚੱਲ ਰਿਹਾ, ਨਾ ਮੈਨੂੰ ਇਹ ਪਤਾ ਸੀ ਮੈਂ ਸੂਫੀ ਗਾਉਣਾ, ਨਾ ਮੈਨੂੰ ਇਹ ਪਤਾ ਸੀ ਮੈਂ ਕਲਚਰਲ ਗਾਣੇ ਗਾਉਣੇ ਆ, ਨਾ ਮੈਨੂੰ ਇਹ ਪਤਾ ਸੀ ਮੈਂ ਪੰਜਾਬੀ ਮਾਂ ਬੋਲੀ ਦੇ ਦੁਖਾਂ ਦੀਆਂ ਗੱਲਾਂ ਕਰਨੀਆਂ ਹੈ, ਕਿਉਂਕਿ ਪੈਸੇ ਨਹੀਂ ਸੀਗੇ ਕੋਲ, ਸਪੋਰਟ ਨਹੀਂ ਸੀ, ਪਰਿਵਾਰਕ ਸਪੋਰਟ ਨਹੀਂ ਸੀ, ਅੱਗੇ ਕੋਈ ਬਾਂਹ ਫੜਨ ਵਾਲਾ ਨਹੀਂ ਸੀ, ਤੇ ਮੈਨੂੰ ਇੱਕ ਮੌਕਾ ਚਾਹੀਦਾ ਸੀਗਾ। ਉਹ ਕੁਝ ਵੀ ਮਿਲ ਜਾਂਦਾ। ਮੈਨੂੰ ਲੱਗਦਾ ਕਿ ਮੈਂ ਜਾਣਬੁੱਝ ਕੇ ਜਾਂ ਸੋਚ ਕੇ ਇਹ ਚੀਜ਼ਾਂ ਕੀਤੀਆਂ, ਕੁਦਰਤ ਨੇ ਮੇਰੇ ਲਈ ਪਲਾਨ ਕੀਤਾ। ਮੈਂ ਬਸ ਇਹ ਜ਼ਰੂਰ ਸੀਗਾ ਕਿ ਉਸ ਟਾਈਮ ਵੀ ਕਿ ਚੰਗਾ ਗਾਉਣਾ ਚਾਹੁੰਦਾ ਸੀ, ਚੰਗੀ ਸ਼ਾਇਰੀ ਗਾਉਣੀ ਚਾਹੁੰਦਾ ਸੀਗਾ, ਚੰਗੀ ਗਾਇਕੀ ਸਾਹਮਣੇ ਲੈ ਕੇ ਆਉਣੀ ਚਾਹੁੰਦਾ ਸੀਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਚੰਗੀ ਸ਼ਾਇਰੀ ਔਰ ਚੰਗੀ ਗਾਇਕੀ ਕਰ ਰਿਹਾ, ਪਰ ਮੈਂ ਕੋਸ਼ਿਸ਼ ਜ਼ਰੂਰ ਕਰ ਰਿਹਾ, ਅੱਜ ਵੀ ਇਸ ਜੱਦੋ-ਜਹਿਦ 'ਚ ਲੱਗਿਆ ਹੋਇਆ। ਤੇ ਜਦੋਂ ਮੈਨੂੰ ਸਭ ਤੋਂ ਪਹਿਲਾ ਬ੍ਰੇਕ ਮਿਲਿਆ, ਮੈਂ ਕਿਸੇ ਸ਼ੋਅ 'ਚ ਗਾ ਰਿਹਾ ਸੀ, ਉੱਥੇ ਮੀਆਂ ਬਖਤਾਵਰ ਸਾਹਿਬ ਬਹੁਤ ਵੱਡੇ ਪੰਜਾਬ ਦੇ ਸੂਫੀ ਸ਼ਾਇਰ ਨੇ ਔਰ PCS ਅਫਸਰ ਉਸ ਟਾਈਮ ਉਹ ਸੀਗੇ, ਤੇ ਉੱਥੇ ਚੀਫ ਗੈਸਟ ਸੀਗੇ, ਤੇ ਜਿਹੜਾ ਸਭ ਤੋਂ ਪਹਿਲਾਂ ਬ੍ਰੇਕ ਮਿਲਿਆ ਉਹ ਮੈਨੂੰ ਮਿਲਿਆ ਹੀ ਸੂਫੀ ਦਾ, ਕਿਉਂਕਿ ਜਦੋਂ ਉਹਨਾਂ ਨੇ ਮੇਰੇ ਤੋਂ ਗਾਣਾ ਸੁਣਿਆ ਸਟੇਜ 'ਤੇ ਔਰ ਉਹ ਬੜੇ ਪ੍ਰਭਾਵਿਤ ਹੋਏ ਮੇਰੇ ਤੋਂ, ਔਰ ਉਹਨਾਂ ਨੇ ਕੰਡੀਸ਼ਨ ਰੱਖ ਕੇ ਮੇਰੀ ਐਲਬਮ ਕੀਤੀ ਸੀ ਵੀ ਜੇ ਤੂੰ ਇਸ ਤਰ੍ਹਾਂ ਦਾ ਗਾਣਾ ਗਾਉਣਾ ਚਾਹੁੰਦਾ ਹੈ ਤੇ ਮੇਰੇ ਕੋਲ ਇਸੇ ਤਰ੍ਹਾਂ ਦੇ ਲਿਰਿਕਸ ਨੇ, ਤੈਨੂੰ ਇਸੇ ਤਰ੍ਹਾਂ ਦਾ ਗਾਉਣਾ ਪਏਗਾ। ਔਰ ਮੈਨੂੰ ਤਾਂ ਇਹੀ ਚੀਜ਼ ਚਾਹੀਦੀ ਸੀਗੀ ਕਿ ਚੰਗਾ ਵੀ ਹੋਵੇ, ਚੰਗੀ ਸ਼ਾਇਰੀ ਵੀ ਹੋਵੇ, ਚੰਗੀ ਗਾਇਕੀ ਵੀ ਮੈਂ ਉਹਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਾਂ, ਪਰ ਮੈਨੂੰ ਕੁਦਰਤ ਨੇ ਉਹੀ ਕੁਛ ਦਿੱਤਾ। ਯਾਨੀ ਕਿ ਮਾਹੌਲ ਹੋ ਜਾਈ ਬਣ ਜਾਂਦਾ ਬੰਦਾ ਜਿਹੋ ਜਿਹਾ ਕੋਈ ਚੰਗੀ ਸੋਚ ਲੈ ਕੇ ਸੋਚਦੇ ਹੋ, ਡੈਫੀਨੇਟਲੀ 101% ਤੁਸੀਂ ਜਿਸ ਤਰ੍ਹਾਂ ਦਾ ਸੋਚਦੇ ਹੋ, ਜੋ ਤੁਹਾਡੀ ਵਿਚਾਰਧਾਰਾ ਆ, ਕੁਦਰਤ ਤੁਹਾਡੇ ਸਾਹਮਣੇ ਉਸੇ ਤਰ੍ਹਾਂ ਦਾ ਸਿਰਜ ਕੇ ਰੱਖ ਦਿੰਦੀ ਹੈ ਸਭ ਕੁਝ, ਔਰ ਇਹ ਹੁੰਦਾ ਆ। ਇਹ ਚੀਜ਼ਾਂ ਹੈਗੀਆਂ ਨੇਗੀਆਂ। ਆਖਿਰ ਦੇ ਵਿੱਚ ਕਹੂੰਗਾ ਕਿ ਜਿਹੋ ਜਿਹਾ ਪੂਰਾ ਤਾਣਾ ਬਾਣਾ ਦੇਖਦੇ ਹੋ, ਮੈਂ ਫਿਰ ਉੱਥੇ ਹੀ ਆਊਂਗਾ ਜੀ। ਆਪਦੇ ਸ਼ਾਇਰਾਨਾ ਅੰਦਾਜ਼ 'ਚ ਕਿ ਆਖਿਰਕਾਰ ਸੇਧ ਵੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਜੇ ਦੇਖਿਆ ਜਾਵੇ ਉਹੀ ਚੀਜ਼ਾਂ ਤੁਹਾਡੇ ਵਾਲੀਆਂ ਚੰਗਾ ਸੁਣਨਾ ਵੀ ਚਾਹੁੰਦੇ ਨੇ, ਚੰਗਾ ਗਾਉਣ ਵਾਲੇ ਵੀ ਹੈਗੇ ਨੇਗੇ, ਤੇ ਤੁਸੀਂ ਉਹਦੇ ਵਿੱਚੋਂ ਇੱਕ ਹੈਗੇ ਹੋਗੇ। ਤੇ ਕਿਹੋ ਜਿਹੇ ਮਾਹੌਲ 'ਚ ਜੇ ਦੇਖੇ ਪੂਰੇ ਮਾਹੌਲ ਨੂੰ ਦੇਖਦੇ ਹੋਏ ਕੋਈ ਸ਼ਾਇਰੀ ਹੈ ਜਿਹੀ ਕਿ ਆਖਿਰਕਾਰ ਹਾਂ ਜੇ ਲੋਕ ਨਹੀਂ ਵੀ ਸਮਝ ਰਹੇ ਤਾਂ ਕਮ ਸੇ ਕਮ ਸਮਝ ਲੈਣਾ ਪਏਗਾ? ਹਾਂ, ਮੈਂ ਇਹੀ ਕਹਿਣਾ ਚਾਹੁੰਦਾ ਹਾਂ ਜੀ ਕਿ ਸਭ ਤੋਂ ਪਹਿਲਾਂ ਤਾਂ ਬੰਦਾ ਡਰੀਮਰ ਹੋਣਾ ਚਾਹੀਦਾ ਹੈ, ਬੰਦੇ ਦੀ ਸੋਚ ਜਿਹੜੀ ਆ ਉਹ ਚੰਗੀ ਤੇ ਸੁਚੇਤ ਹੋਣੀ ਚਾਹੀਦੀ ਆ। ਤੇ ਜੋ ਮੈਂ ਕਰਦਾ, ਮੈਂ ਕੋਈ ਮੈਸੇਜ ਨਹੀਂ ਦੇਣਾ ਚਾਹੁੰਦਾ ਲੋਕਾਂ ਨੂੰ, ਕਿਉਂਕਿ ਮੈਨੂੰ ਨਹੀਂ ਲੱਗਦਾ ਮੈਂ ਇਸ ਲਾਇਕ ਹੈਗਾ, ਪਰ ਮੈਂ ਜੋ ਆਪਣੀ ਜ਼ਿੰਦਗੀ 'ਚ ਹੰਡਾ ਰਿਹਾ, ਜੋ ਕਰ ਰਿਹਾ, ਜੋ ਹੰਡਾਇਆ ਉਹੀ ਗੱਲਾਂ ਕਰਨੀਆਂ ਚਾਹੁੰਦਾ ਹੈ ਕਿ ਚੰਗਾ ਪੜ੍ਹੋ, ਚੰਗਾ ਮਿਊਜ਼ਿਕ ਸੁਣੋ, ਚੰਗੀਆਂ ਕਿਤਾਬਾਂ ਪੜ੍ਹੋ, ਚੰਗੀ ਸੁਸਾਇਟੀ ਨੂੰ ਫੋਲੋ ਕਰੋ, ਚੰਗਾ ਸੋਚੋ, ਚੰਗਾ ਖਾਓ ਪੀਓ, ਵਰਕਆਊਟ ਕਰੋ ਤੇ ਚੰਗੀ ਜ਼ਿੰਦਗੀ ਜੀਓ। ਉਹਦੇ ਨਾਲ ਤੁਸੀਂ ਵੀ ਖੁਸ਼, ਤੁਹਾਡਾ ਆਲਾ ਦੁਆਲਾ ਖੁਸ਼, ਤੁਹਾਡੇ ਮਾਂ ਪਿਓ ਖੁਸ਼, ਤੇ ਤੁਹਾਡੇ ਨਾਲ ਬਹਿਣ ਉੱਠਣ ਵਾਲਾ ਸਮਾਜ ਦਾ ਹਰ ਉਹ ਸ਼ਖਸ, ਹਰ ਉਹ ਰੂਹ ਖੁਸ਼। ਨਾਲੇ ਤੁਸੀਂ ਵੀ ਖੁਸ਼ ਕਿ ਆਖਿਰਕਾਰ ਕੋਈ ਟੀਚਾ ਟਿੱਪਣਾ ਨਹੀਂ ਕਰੂਗਾ ਉਹਨਾਂ ਤੇ? ਨਹੀਂ, ਟਿੱਪਣੀ ਕਰੂਗਾ, ਸਭ ਤੋਂ ਵੱਡੀ ਗੱਲ ਹੈ। ਬਿਲਕੁਲ ਕਹਿ ਸਕਦੇ ਆ ਕਿ ਆਖਿਰਕਾਰ ਚੰਗਾ ਸੁਣਨਾ, ਚੰਗਾ ਗਾਉਣਾ ਤੇ ਚੰਗੇ ਲੋਕ ਉਹਦੇ ਦਰਸ਼ਕ ਤਮਾਮ ਨੇ ਜਿਹੜੇ ਉਹ ਹੈਗੇ ਨੇ, ਅਜੇ ਵੀ ਕੋਸ਼ਿਸ਼ ਕਰਨ ਦੀ ਲੋੜ ਆ, ਮਾਹੌਲ ਆਪੀ ਬਣ ਜਾਂਦਾ ਹੈ। ਇਸ ਕਰਕੇ ਇਹ ਚੀਜ਼ਾਂ ਤੋਂ ਜੇ ਕਹੀਏ ਕਿ ਘਬਰਾ ਕੇ ਸਿਰਫ ਪਿੱਛੇ ਨਹੀਂ ਰਹਿ ਜਾ ਸਕਦਾ ਕਿ ਆਖਰ ਇਸ ਚੀਜ਼ ਨੂੰ ਰਿਸਪੌਂਸ ਕਿੰਨਾ ਮਿਲੂਗਾ। ਦੂਜੇ ਪਾਸੇ ਬੰਬੀਹਾ ਆ ਰਿਹਾ, ਤੁਸੀਂ ਆਪ ਹੀ ਫੈਸਲਾ ਕਰ ਲੈਣਾ ਕਿ ਆਖਰਕਾਰ ਅਸੀਂ ਕੀ ਸੁਣ ਰਹੇ ਹਾਂ। ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮੀਤ ਸਿੰਘ ਜੋਸ਼ੀ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।